दीप सिद्धू तेरी सोच ते ਕੱਲਾ ਚੱਲਦਾ ਸੀ ਬਾਈ ਦੀਪ ਸਿੱਧੂ, ਕੱਲਾ ਚੱਲਦਾ ਸੀ। ਘੋੜਾ ਖੜਾ ਨਹੀਂ ਹੋ ਸਕਦਾ ਚੜਾਈ ਤੇ, ਪ੍ਰੈਸ਼ਰ ਨਿਕਲ ਜਾਂਦਾ ਇਹਦਾ। ਇਲੈਕਸ਼ਨ ਦੇ ਸਾਹਮਣੇ, ਪੰਥ ਦੀ ਇਲੈਕਸ਼ਨ ਦੇ ਸਾਹਮਣੇ ਵੈਲੈਂਟਾਈਨ ਡੇ ਕੁਝ ਵੀ ਨਹੀਂ ਸੀਗਾ। ਫੋਨ ਨਹੀਂ ਬੰਦ ਕਰਨਾ, ਹਰ ਟਾਈਮ ਲੋਕੇਸ਼ਨ ਔਨ ਰਹਿਣੀ ਹੈ। ਘੜੀਸਾਂ ਪਈਆਂ ਹੋਈਆਂ ਨੇ, ਉਹ ਹੈਂਡ ਬ੍ਰੇਕਾਂ ਤੋਂ ਬਿਨਾ ਮਤਲਬ ਵੀ ਨਹੀਂ ਲੱਗ ਸਕਦੀਆਂ। ਦੂਸਰੀ ਗੱਲ ਮੈਂ ਆਵਾਂ ਘੋੜੇ ਦੀਆਂ ਬ੍ਰੇਕਾਂ ਦੇ। ਘੋੜਿਆਂ ਦੀ ਜਿਹੜੀ ਸਪੀਡ ਆ, ਚਾਹੇ ਉਹ 40-18 ਗੱਡੀ ਹੋਵੇ, ਚਾਹੇ 49-23 ਹੋਵੇ, ਸੀਟ ਬੈਲਟ ਲੱਗੇ ਹੋਣ ਦੇ ਬਾਵਜੂਦ ਬੰਦੇ ਦਾ ਹਮੇਸ਼ਾ ਧੌਣ ਦਾ ਮਣਕਾ ਟੁੱਟਦਾ। ਜਦੋਂ ਪਿੱਛੇ ਝੂਟਾ ਪੈਦਾ, ਸੀਟਾਂ ਤੱਕ ਟੁੱਟ ਜਾਂਦੀਆਂ ਨੇ। ਕਈ ਵਾਰੀ ਘੋੜਾ ਵੀ ਪਲਟ ਜਾਂਦਾ, ਨਹੀਂ ਸੰਭਲਦਾ। ਲੋਕਾਂ ਲਈ ਟਰੱਕ ਡਰਾਈਵਰ ਬਹੁਤ ਮਾੜਾ ਲੋਕ, ਪਰ ਜਿੰਨਾ ਟਰੱਕ ਡਰਾਈਵਰ ਸਿੰਸੀਅਰ ਹੁੰਦਾ ਹੈ ਡਰਾਈਵਿੰਗ ਦੇ ਵਿੱਚ, ਸ਼ਾਇਦ ਤੁਸੀਂ ਜਾਂ ਮੈਂ ਜੇ ਕਾਰ ਚਲਾਉਣ ਮਾ ਤਾਂ ਨਹੀਂ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਜੁੜੇ ਹੋ ਦਾ ਟੀਵੀ NRI ਦੇ ਨਾਲ। ਔਰ ਅੱਜ ਪੂਰਾ ਵਿਸ਼ਵ ਜਾਣਦਾ ਹੈ ਕਿ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਤੇ, ਜਿੱਥੇ ਹਰ ਮੌਕੇ ਸ਼ਹੀਦਾਂ ਦਾ ਪਿਆਰਾ ਰਹਿੰਦਾ, ਸੋ ਇਸ ਪਾਵਨ ਧਰਤੀ ਤੇ ਅੱਜ ਦੀਪ ਦੀ ਅੰਤਮ ਅਰਦਾਸ ਦਾ ਸਮਾਗਮ ਚੱਲ ਰਿਹਾ, ਜਿਹਦੇ ਵਿੱਚ ਲੱਖਾਂ ਹੀ ਪ੍ਰਾਣੀ ਜਿਹੜੇ ਨੇ ਉਹ ਹਾਜ਼ਰੀ ਲਗਵਾ ਰਹੇ ਨੇ। ਅਸੀਂ ਸਵੇਰ ਦੇ ਸਮੇਂ ਇੱਥੇ ਪਹੁੰਚੇ ਹਾਂ, ਤਕਰੀਬਨ 5 ਵਜੇ ਦਾ ਸਮਾਂ ਹੈ, 5-5:30 ਵਜੇ ਦਾ ਟਾਈਮ ਹੈ। ਔਰ ਇਸ ਅੰਮ੍ਰਿਤ ਵੇਲੇ ਦੀ ਸਾਨੂੰ ਕੁਝ ਵੀਰ ਮਿਲੇ ਨੇ ਜਿਨ੍ਹਾਂ ਦੇ ਨਾਲ ਚਰਚਾ ਕੀਤੀ, ਤਾਂ ਚਰਚਾ 'ਚੋਂ ਬਹੁਤ ਕੁਝ ਸਾਨੂੰ ਐਸਾ ਮਿਲਿਆ ਜਿਹੜਾ ਤੁਹਾਡੇ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਸੀ। ਐਸੋ ਸਾਡੇ ਨਾਲ ਇਹ ਵੀਰ ਨੇ ਜਿਨ੍ਹਾਂ ਦਾ ਜਿਹੜੇ ਆਪ ਖੁਦ ਘੋੜਾ ਚਲਾਉਂਦੇ ਨੇ। ਘੋੜੇ ਦਾ ਮਤਲਬ ਗੱਡੀ, ਕਿਉਂਕਿ ਫਿਲਮਾਂ ਦੇ ਵਿੱਚ ਘੋੜਾ ਅੱਜ ਕੱਲ੍ਹ ਇਹਨੂੰ ਵੀ ਕਹਿ ਦਿੰਦੇ ਨੇ, ਕਿਉਂਕਿ ਰਿਵਾਲਵਰ ਨੂੰ ਵੀ ਘੋੜਾ ਕਹਿ ਛੱਡਦੇ ਨੇ ਜੀ। ਤਾਂ ਇੱਥੇ ਘੋੜਾ ਦਾ ਮਤਲਬ ਗੱਡੀ ਹੈਗਾ ਜੀ, ਟਰਾਲਾ ਚਲਾਉਂਦੇ ਉਹਨੂੰ ਘੋੜਾ ਕਹਿ ਦਿੰਦੇ ਨੇ। ਸੋ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਾ ਨਾਮ? ਅਮਨਦੀਪ ਸਿੰਘ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਡਿਸਟ੍ਰਿਕਟ ਸੰਗਰੂਰ। ਸੰਗਰੂਰ ਤੋਂ ਨੇ ਵੀਰ। ਤੁਸੀਂ ਹੁਣੇ ਚਰਚਾ ਕਰ ਰਹੇ ਸੀ ਆਪਾਂ ਇਸ ਐਕਸੀਡੈਂਟ ਦੇ ਬਾਰੇ, ਔਰ ਨਾਲ ਦੀ ਨਾਲ ਹੀ ਆਪਾਂ ਇੱਕ ਜ਼ਿਕਰ ਕੀਤਾ ਸੀ ਕਿ ਕੱਲਾ ਚੱਲਦਾ ਸੀ ਬਾਈ ਦੀਪ ਸਿੱਧੂ, ਕੱਲਾ ਚੱਲਦਾ ਸੀ। ਆਪਾਂ ਸ਼ੁਰੂਆਤ ਕੱਲੇ ਤੋਂ ਚੱਲਾਂਗੇ ਵੀ ਉਹਨੂੰ ਜਿਹੜਾ ਨੋਟੀਫਿਕੇਸ਼ਨ ਸੀ ਉਹਨੂੰ ਕਿ 24 ਆਵਰ ਜਦੋਂ ਉਹਨੂੰ ਅਦਾਲਤ ਨੇ ਜ਼ਮਾਨਤ ਦਿੱਤੀ ਹੈ, ਤਾਂ ਸਭ ਤੋਂ ਸ਼ੁਰੂਆਤ ਪਹਿਲੀ ਕਿ ਜ਼ਮਾਨਤ ਵੇਲੇ ਸ਼ਰਤਾਂ ਕੀ ਸੀ? ਸ਼ਰਤਾਂ ਕੀ ਸੀ ਵੀ ਫੋਨ ਨਹੀਂ ਬੰਦ ਕਰਨਾ, ਹਰ ਟਾਈਮ ਲੋਕੇਸ਼ਨ ਔਨ ਰਹਿਣੀ ਹੈ, ਤੇ ਜਿਸ ਤਰ੍ਹਾਂ ਵੀ ਜਦੋਂ ਬੁਲਾਇਆ ਜਾਊਗਾ ਤਾਂ ਪੁਲਿਸ ਸਟੇਸ਼ਨ ਨੇੜੇ ਦੇ ਹਾਜ਼ਰੀ ਲਵਾਉਣੀ ਹੈ। ਕੁਝ ਹੋਰ ਵੀ ਨੇ ਪੜ੍ਹ ਕੇ ਆਪਾਂ ਨੂੰ ਜਿਹੜੀ ਉਹਦੇ ਆਰਡਰ ਨੇ ਪ੍ਰੋਪਰ ਬੇਲ ਦੇ, ਉਹਦੇ ਵਿੱਚ ਸਾਰੇ ਮੈਂਸ਼ਨ ਹੋਏ ਨੇ ਜੀ। ਤੇ ਕਿਤੇ ਇਹ ਵੀ ਸ਼ਰਤ ਸੀ ਕੋਈ ਕਿ ਤੁਸੀਂ ਬੰਦੇ ਨਾਲ ਲੈ ਕੇ ਨਹੀਂ ਚੱਲ ਸਕਦੇ, ਕਿਉਂਕਿ ਦੀਪ ਸਿੱਧੂ ਅਕਸਰ ਕੱਲਾ ਚੱਲਦਾ ਸੀ? ਮੈਂ ਆਰਡਰ ਉਹ ਵੈਸੇ ਪੜ੍ਹਿਆ ਨਹੀਂ, ਪਰ ਉਦੋਂ ਮੀਡੀਆ ਰਾਹੀਂ ਹੀ ਮੈਂ ਸੁਣਿਆ ਇਹ ਵੀ ਇਹ ਸ਼ਰਤਾਂ ਦੇ ਆਧਾਰ ਤੇ ਜਿਹੜੀ ਆ ਦੀਪ ਸਿੱਧੂ ਨੂੰ ਬੇਲ ਹੋਈ ਹੈ ਜੀ। ਪਰ ਅਕਸਰ ਦੀਪ ਸਿੱਧੂ ਜਿਹੜੇ ਸੀ ਹੈ ਵੀ ਜਜ਼ਬਾਤੀ ਸੀ, ਹੈ ਵੀ ਜੋਸ਼ੀਲੇ ਸੀ, ਤੇ ਅਕਸਰ ਇਕੱਲੇ ਚੱਲਿਆ ਕਰਦੇ ਸੀ। ਔਰ ਉਹਨਾਂ ਨੂੰ ਜਿਵੇਂ ਆਪਣੇ ਦੇ ਉੱਤੇ ਇੰਨਾ ਕਮਾਨ ਸੀ ਕਿ ਉਹ 2 4 10 ਜਾਂ 5 ਬੰਦਿਆਂ ਦੀ ਪਰਵਾਹ ਨਹੀਂ, ਉਹ ਨਜਿੱਠ ਸਕਦੇ ਨਹੀਂ। ਦੇਖੋ, ਹਮੇਸ਼ਾ ਆਇਆ ਵੀ ਹਮੇਸ਼ਾ ਤਾਰੂ ਹੀ ਡੁੱਬ ਜਾਂਦਾ, ਤੈਰਾਕ ਡੁੱਬਦਾ ਹੁੰਦਾ ਹੈ ਹਮੇਸ਼ਾ ਹੀ। ਪਰ ਜਿਸ ਤਰ੍ਹਾਂ ਦੇ ਉਹ ਹਾਲਾਤ ਬਣੇ ਹੋਏ ਸੀ ਪਿਛਲੇ 1-1.5 ਸਾਲ ਤੋਂ, ਵੀ ਮੇਰੀ ਆਪਣੀ ਸਮਝ ਹੈ ਇਹ
ਵੀ ਉਹਨਾਂ ਨੂੰ ਇਲੈਕਸ਼ਨ ਦੇ ਖਾਸ ਕਰਕੇ ਇਲੈਕਸ਼ਨ 'ਚ ਪੂਰਾ ਜ਼ੋਰ ਲੱਗਿਆ ਹੋਇਆ ਸੀਗਾ ਵੀ ਉਹਨਾਂ ਨੂੰ ਇਕੱਲਿਆਂ ਨਹੀਂ ਜਾਣਾ ਚਾਹੀਦਾ ਸੀ, ਨਹੀਂ ਸਫ਼ਰ ਕਰਨਾ ਚਾਹੀਦਾ ਸੀ। ਕਮ ਸੇ ਕਮ ਆਪਣੀ ਪ੍ਰਾਈਵੇਟ ਸਿਕਿਉਰਿਟੀ ਜਾਂ ਆਪਣੇ ਯਾਰਾਂ ਦੋਸਤਾਂ ਨੂੰ, ਗੱਡੀਆਂ ਗੁੱਡੀਆਂ ਦੀ ਉਹਨਾਂ ਕੋਲ ਕੋਈ ਘਾਟ ਨਹੀਂ ਸੀ, ਪੈਸੇ ਦੀ ਕੋਈ ਘਾਟ ਨਹੀਂ ਸੀ, ਤਾਂ ਆਪਣੇ ਤਕਰੀਬਨ ਰਵਾਇਤੀ ਸ਼ਸਤਰਾਂ ਨਾਲ ਤਾਂ ਰਹਿ ਹੀ ਸਕਦੇ ਸੀਗੇ। ਜੇ ਦੂਸਰੇ ਵੀ ਆਪਣੇ ਜਮ੍ਹਾਂ ਹੋ ਗਏ ਸੀਗੇ, ਰਵਾਇਤੀ ਸ਼ਸਤਰਾਂ ਨਾਲ ਰਹਿ ਸਕਦੇ ਸੀ। 2 ਗੱਡੀਆਂ ਦਾ ਕਾਫਲਾ ਕੁਝ ਜ਼ਿਆਦਾ ਸੀ। ਔਰ ਇੱਕ ਇਹ ਹੈ ਵੀ ਉਹਨਾਂ ਨੂੰ ਜਾਣਾ ਹੀ ਨਹੀਂ ਚਾਹੀਦਾ ਸੀ। ਇਲੈਕਸ਼ਨ ਦੇ ਸਾਹਮਣੇ, ਪੰਥ ਦੀ ਇਲੈਕਸ਼ਨ ਦੇ ਸਾਹਮਣੇ ਵੈਲੈਂਟਾਈਨ ਡੇ ਕੁਝ ਵੀ ਨਹੀਂ ਸੀਗਾ ਜੀ। ਇਹ ਵੀ ਆਪਾਂ ਨੂੰ ਇੱਕ ਘਾਟ ਮਹਿਸੂਸ ਹੈ। ਘਾਟ ਮਹਿਸੂਸ ਹੋ ਰਹੀ। ਤੁਸੀਂ ਜਿਵੇਂ ਘੋੜਾ ਚਲਾਉਂਦੇ, ਅਕਸਰ ਐਕਸੀਡੈਂਟ ਜਿਹੜੇ ਨੇ ਹਾਈਵੇ ਤੇ ਤੁਸੀਂ ਹੁੰਦੇ ਦੇਖਦੇ ਹੋ। ਇੱਕ ਇਹ ਐਕਸੀਡੈਂਟ ਵੀ ਹੁੰਦਾ ਹੈ ਔਰ ਤੁਹਾਨੂੰ ਇਹ ਜਿੰਨੀ ਜਲਦੀ ਪ੍ਰਸ਼ਾਸਨ ਨੇ ਸਮੇਟਿਆ, ਵੈਸੇ ਤਾਂ ਪ੍ਰਸ਼ਾਸਨ ਕਈ ਦਿਨ, ਕਈ ਬਹਾਨੇ ਤੇ ਕਈ ਵਾਰੀ ਕਈ ਦੇਰ ਲਾਸ਼ਾਂ ਗੱਡੀਆਂ 'ਚ ਫਸੀਆਂ ਰਹਿ ਜਾਂਦੀਆਂ, ਕਈ ਘੰਟੇ ਫਸੀਆਂ ਰਹਿੰਦੀਆਂ ਨੇ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਇਹ ਸਾਰਾ ਐਪੀਸੋਡ ਤੁਸੀਂ ਦੇਖਿਆ ਦੀਪ ਵਾਲਾ, ਇਸ ਐਪੀਸੋਡ 'ਚ ਤੇ ਹੋਰ ਐਕਸੀਡੈਂਟਾਂ 'ਚ ਕੀ ਫਰਕ ਹੈ? ਭਰਾ ਜੀ, ਖੁਦ ਤੋਂ ਵੀ ਐਕਸੀਡੈਂਟ ਹੋਏ ਨੇ ਮੇਰੇ। ਖੁਦ ਤੇ ਵੀ 279 304 ਇਹਦਾ ਮੁਕੱਦਮਾ ਚੱਲਿਆ ਤੇ ਬਾਅਦ 'ਚ ਇਹਨਾਂ ਕੇਸਾਂ ਦੇ ਵਿੱਚ ਸਮਝੌਤੇ ਵੀ ਹੋ ਜਾਂਦੇ ਵੀ ਚਲੋ ਯਾਰ ਡਰਾਈਵਰ ਦਾ ਕੀ ਕਸੂਰ ਸੀ, ਹੁੰਦਾ ਵੀ ਨਹੀਂ। ਐਕਸੀਡੈਂਟ ਤਾਂ ਐਕਸੀਡੈਂਟ ਹੈ ਕਿਸੇ ਦਾ। ਬਟ ਜਦੋਂ ਇਹ ਐਕਸੀਡੈਂਟ ਹੁੰਦਾ ਹੈ, ਗੱਡੀ ਲੱਗ ਗਈ, ਜਿਸ ਤਰ੍ਹਾਂ ਦੇ ਹਿਸਾਬ ਨਾਲ ਗੱਡੀ ਦੇ ਪਰਖਚੇ ਉੱਡ ਗਏ, ਅਗਲੀ ਤਾਕੀ ਤੱਕ ਗੱਡੀ ਖਤਮ ਹੋ ਗਈ ਤੇ ਖੁਦ ਦੀਪ ਚਲਾ ਰਿਹਾ ਸੀ ਗੱਡੀ, ਤਾਂ ਸੀਟ ਬੈਲਟ ਲੱਗੇ ਹੋਣ ਦੇ ਬਾਵਜੂਦ ਬੰਦੇ ਦਾ ਹਮੇਸ਼ਾ ਧੌਣ ਦਾ ਮਣਕਾ ਟੁੱਟਦਾ ਜਦੋਂ ਪਿੱਛੇ ਨੂੰ ਝੂਟਾ ਪੈਦਾ, ਸੀਟਾਂ ਤੱਕ ਟੁੱਟ ਜਾਂਦੀਆਂ ਨੇ। ਇੱਥੋਂ ਤੱਕ ਵੀ ਨੌਬਤ ਆਉਂਦੀ ਹੈ ਵੀ ਰਾੜਾਂ ਤਾਂ ਬਹੁਤ ਛੋਟੀ ਗੱਲ ਹੈ, ਕਈ ਵਾਰੀ JCB ਪਾ ਕੇ ਵੀ ਬੰਦੇ ਕੱਢਣੇ ਪੈਂਦੇ ਨੇ। ਔਰ ਇੱਥੋਂ ਤੱਕ ਬੁਰੀ ਹਾਲਤ ਹੋ ਜਾਂਦੀ ਹੈ, ਬੰਦੇ ਦੇ ਅੰਗ ਪੈਰ ਮਤਲਬ ਇਕੱਠਾ ਕਿਸੇ ਕੱਪੜੇ 'ਚ ਬਲੇਡ ਕੇ ਕੱਢਣਾ ਪੈਂਦਾ ਹੈ। ਔਰ ਜਿਸ ਤਰ੍ਹਾਂ ਦੀਪ ਦੀ ਆਪਾਂ ਬੋਡੀ ਸੋਸ਼ਲ ਮੀਡੀਆ ਤੇ ਦੇਖੀ, ਤੁਸੀਂ ਸਾਰਿਆਂ ਨੇ ਦੇਖੀ ਹੈ, ਸਿਰਫ ਮਾਮੂਲੀ ਇੱਥੇ ਛੋਟੀ ਸੱਟ, ਹੋਰ ਕੋਈ ਖਰੋਚ ਨਹੀਂ। ਵੀ ਇਹ ਵੀ ਥੋੜ੍ਹਾ ਜਿਹਾ ਸ਼ੱਕ ਦੇ ਘੇਰੇ 'ਚ ਹੈ। ਦੂਸਰੀ ਗੱਲ ਮੈਂ ਆਵਾਂ ਘੋੜੇ ਦੀਆਂ ਬ੍ਰੇਕਾਂ ਦੇ। ਘੋੜਿਆਂ ਦੀ ਜਿਹੜੀ ਸਪੀਡ ਆ, ਚਾਹੇ ਉਹ 40-18 ਗੱਡੀ ਹੋਵੇ, ਚਾਹੇ 49-23 ਹੋਵੇ, ਟਰਾਲੀ ਵਾਲੀ ਟ੍ਰੇਲਰ ਗੱਡੀ ਹੈ ਜਿਹੜੀ, ਉਹ 40 ਤੋਂ 45 ਦੇ ਵਿੱਚ ਸਹੀ ਕੰਟਰੋਲ ਹੋ ਜਾਂਦੀ ਹੈ ਗੱਡੀ। ਤੇ ਫਿਰ ਵੀ ਉਹ ਇੰਨੇ ਬ੍ਰੇਕ ਨਹੀਂ ਮੰਨਦੀ ਗੱਡੀ, ਆਊਟ ਆਫ ਕੰਟਰੋਲ ਹੋ ਜਾਂਦੀ ਹੈ, L ਬਣ ਜਾਂਦੀ ਹੈ, L ਟਾਈਪ ਹੋ ਜਾਂਦੀ ਹੈ। ਜ਼ਿਆਦਾ ਬ੍ਰੇਕ ਮਾਰੀਏ ਤਾਂ ਕਈ ਵਾਰੀ ਘੋੜਾ ਵੀ ਪਲਟ ਜਾਂਦਾ, ਨਹੀਂ ਸੰਭਲਦਾ ਜਿਸ ਤਰ੍ਹਾਂ। ਬਟ ਜਿਵੇਂ ਉਹ ਘੜੀਸਾਂ ਪਈਆਂ ਹੋਈਆਂ ਨੇ, ਉਹ ਹੈਂਡ ਬ੍ਰੇਕਾਂ ਤੋਂ ਬਿਨਾਂ ਮਤਲਬ ਵੀ ਨਹੀਂ ਲੱਗ ਸਕਦੀਆਂ। 43-44 ਟਨ ਮਾਲ ਉਹਦੇ ਵਿੱਚ ਅੰਡਰਲੋਡ ਹੁੰਦਾ ਹੈ, ਓਵਰਲੋਡ ਨਹੀਂ, ਅੰਡਰਲੋਡ। ਤਕਰੀਬਨ ਗੱਡੀਆਂ ਅੱਜ ਕੱਲ੍ਹ ਅੰਡਰਲੋਡ ਹੀ ਚੱਲਦੀਆਂ ਨੇ। ਤੇ ਇੱਕ ਸਕੋਰਪੀਓ ਗੱਡੀ 14 ਟਨ ਦਾ ਖਾਲੀ ਗੱਡੀ ਹੁੰਦੀ ਹੈ ਤੇ 43 ਟਨ ਉਹਦੇ ਵਿੱਚ ਵਜ਼ਨ ਹੋ ਗਿਆ। ਸਕੋਰਪੀਓ ਗੱਡੀ ਉਹਦੇ ਵਿੱਚ ਲੱਗੇ ਤਾਂ ਉਹਨੂੰ ਇੰਨਾ ਧੱਕ ਨਹੀਂ ਸਕਦੀ। ਦੂਸਰੀ ਗੱਲ ਇਹ ਹੈ ਵੀ ਘੋੜਾ ਖੜਾ ਨਹੀਂ ਹੋ ਸਕਦਾ ਚੜ੍ਹਾਈ ਤੇ, ਪ੍ਰੈਸ਼ਰ ਨਿਕਲ ਜਾਂਦਾ ਇਹਦਾ। ਕਦੇ ਵੀ ਡਰਾਈਵਰ ਚੜ੍ਹਾਈ ਤੇ ਘੋੜਾ ਨਹੀਂ ਖੜਾਊਗਾ, ਜੇ ਖੜਾਊਗਾ ਤਾਂ ਬਕਾਇਦਾ ਗੁਟਕੇ ਲਗਾ ਕੇ ਉਹ ਕੋਈ ਵੀ ਪ੍ਰਬੰਧ ਕਰੇ ਪਿੱਛੇ ਤੱਕ, ਚਾਹੇ ਉਹ ਰੱਸੇ ਸਿੱਟੇ, ਤਰਪਾਲਾਂ ਸਿੱਟੇ, ਵੀ ਕਮ ਸੇ ਕਮ ਗੱਡੀ ਆਉਂਦੀ। ਜੇ ਖਰਾਬ ਵੀ ਹੋਈ ਹੈ ਤਾਂ ਤਕਰੀਬਨ ਤੁਸੀਂ ਵੀ ਸੜਕਾਂ 'ਤੇ ਦੇਖਿਆ ਹੋ, ਡਾਣੇ ਵੱਢ ਕੇ ਸਿੱਟ ਦਿੰਦੇ ਨੇ, ਜਾਂ ਆਪਣੇ ਰਿਫਲੈਕਟਰ ਵਗੈਰਾ ਵੀ ਇੱਥੇ ਖੜੀ ਆ ਗੱਡੀ, ਜਾਂ ਤੂੰ ਹੀ ਲਾ ਕੇ ਬੈਠ ਜਾਂਦੇ ਨੇ ਵੀ ਕੋਈ ਐਕਸੀਡੈਂਟ ਨਾ ਹੋਵੇ। ਲੋਕਾਂ ਲਈ ਟਰੱਕ ਡਰਾਈਵਰ ਬਹੁਤ ਮਾੜਾ ਲੋਕਾਂ, ਪਰ ਜਿੰਨਾ ਟਰੱਕ ਡਰਾਈਵਰ ਸਿੰਸੀਅਰ ਹੁੰਦਾ ਹੈ ਡਰਾਈਵਿੰਗ ਦੇ ਵਿੱਚ, ਸ਼ਾਇਦ ਤੁਸੀਂ ਜਾਂ ਮੈਂ ਜੇ ਕਾਰ ਚਲਾਉਣਾ ਤਾਂ ਨਹੀਂ ਹੋਵਾਂਗੇ ਜੀ। ਉਹਨੂੰ ਪੂਰੇ ਰੂਲ ਫੋਲੋ ਕਰਦਾ ਉਹ। ਜੀ ਬਿਲਕੁਲ, ਤੁਸੀਂ ਬਹੁਤ ਵੱਡੀ ਗੱਲ ਕਹੀ ਹੈ ਕਿ ਰੂਲ ਫੋਲੋ ਕਰਦਾ। ਸੋ ਵੀਰ ਨੇ ਬੜੀ ਬਾਰੀਕੀ ਦੇ ਨਾਲ ਦੱਸਿਆ ਹੈ ਕਿ ਟਰਾਲਾ ਕਿਹੜਾ ਹੈ, ਕਿੱਦਾਂ ਚੱਲਦਾ ਹੈ, ਚੜ੍ਹਾਈ ਤੇ ਖੜਾ ਹੁੰਦਾ ਕਿ ਨਹੀਂ ਹੁੰਦਾ, ਹੈਂਡ ਬ੍ਰੇਕ ਲੱਗੇ ਤਾਂ ਕੀ ਹੁੰਦਾ, ਜੇ ਟਰਾਲਾ ਕਿੰਨੀ ਕੁ ਸਪੀਡ ਦੇ ਵਿੱਚ ਕੰਟਰੋਲ ਹੋ ਸਕਦਾ। ਬੜੇ ਕੰਮ ਦੀਆਂ ਗੱਲਾਂ ਜਿਹੜੀਆਂ ਸਾਨੂੰ ਨਹੀਂ ਸੀ ਪਤਾ, ਸਾਡੇ ਦਰਸ਼ਕਾਂ ਨੂੰ ਨਹੀਂ ਸੀ ਪਤਾ, ਪੂਰੇ ਦੇਸ਼ ਨੂੰ ਨਹੀਂ ਸੀ ਪਤਾ। ਹਰ ਕੋਈ ਇੰਨਾ ਕੀ ਜਾਣਦਾ ਸੀ ਟਰਾਲੇ ਦੇ ਵਿੱਚ ਸਕੋਰਪੀਓ ਵੱਜਦੀ ਹੈ, ਤੇ ਕਿਸੇ ਨੂੰ ਇਹੀ ਭੁਲੇਖਾ ਕਿ ਸਕੋਰਪੀਓ ਨੇ ਹੀ ਟਰਾਲਾ ਇੰਨਾ ਜਿਹੜਾ ਨਾ 20 ਕਦਮ ਰਗੜ ਕੇ ਜਿੱਦਾਂ ਟਾਇਰਾਂ ਦੇ ਥੱਲੇ ਨਿਸ਼ਾਨੀ। ਸੋ ਤੁਹਾਨੂੰ ਇਹੀ ਲੱਗਦਾ ਜੀ ਕਿ ਚੱਲਦੇ ਹੋਏ ਟਰਾਲੇ ਦੀ ਹੈਂਡ ਬ੍ਰੇਕ ਲਗਾਈ? ਬਿਲਕੁਲ ਜੀ, ਹੈਂਡ ਤੋਂ ਬਿਨਾਂ ਤਾਂ ਬ੍ਰੇਕ ਸੰਭਵ ਹੀ ਹੈ ਨਹੀਂ, ਕਿਉਂਕਿ 에ਅਰ ਨਿਕਲ ਜਾਂਦੀ ਹੈ, ਪ੍ਰੈਸ਼ਰ ਲੀਕ ਹੋ ਜਾਂਦਾ ਹੈ। ਜਿਹੜੇ ਟਰਾਲੇ ਦੇ ਬ੍ਰੇਕ ਆ ਉਹ ਔਨ 에ਅਰ ਤੇ ਹੈ, ਔਨ 에ਅਰ ਤੇ ਬ੍ਰੇਕ ਨੇ। ਟਰਾਲੀ ਨੂੰ ਵੀ ਹੈ, ਅਗਲੇ 2 ਚੱਕਿਆਂ ਦਾ ਬ੍ਰੇਕ ਹੁੰਦੇ ਹੀ ਨਹੀਂ। ਜਿਹੜੇ ਟਰਾਲੀ ਦੇ ਫ੍ਰੀ ਐਕਸਲ ਹੁੰਦਾ ਹੈ ਉਹਨੂੰ ਬ੍ਰੇਕ ਤਕਰੀਬਨ ਕਿਸੇ ਟਰਾਲੇ ਦੇ ਹੁੰਦੇ ਨਹੀਂ। ਜੈਨੂਨ ਟਰਾਲੀ ਜਿਹੜੀ DLT ਦੀ ਆਉਂਦੀ ਹੈ ਟਾਟਾ ਦੀ, ਉਹਨੂੰ ਸਾਰਿਆਂ ਨੂੰ ਬ੍ਰੇਕ ਹੁੰਦੇ ਨੇ, ਔਰ ਉਹਦੇ ਪ੍ਰੋਪਰ ਬ੍ਰੇਕ
ਦੂਸਰੀ ਟਰਾਲੀ ਨੂੰ ਕੁਝ ਜ਼ਿਆਦਾ ਕੰਮ ਕਰਦੇ ਨੇ। ਬਟ ਫਿਰ ਵੀ ਜਦੋਂ ਐਮਰਜੈਂਸੀ ਦੇ ਵਿੱਚ ਗੱਡੀ ਰੋਕਣੀ ਪੈਂਦੀ ਹੈ, ਉਹ ਵੀ ਤਾਂ ਰੋਕਣੀ ਪੈਂਦੀ ਹੈ ਜਦੋਂ ਢਲਾਣ ਆ ਜਾਂਦੀ ਹੈ, ਗੱਡੀ ਰੁੜ ਜਾਂਦੀ ਹੈ, ਨਹੀਂ ਰੁਕਦੀ, ਫਿਰ ਹੈਂਡ ਸਿੱਟ ਕੇ ਕੰਟਰੋਲ ਕਰਨੀ ਪੈਂਦੀ। ਮੈਂ ਬਸ ਤੁਹਾਡੇ ਤੋਂ ਇਹ ਜਾਣਨਾ ਚਾਹਣਾ, ਹੁਣ ਕੰਮ ਦੀ ਜਿਹੜੀ ਪੜ੍ਹਦੀ ਵਾਲੀ ਗੱਲ ਹੈ ਨਾ, ਜਿਹੜੀ ਜਿੱਤੇ ਪਰਦਾ ਪਾਇਆ ਜਾ ਰਿਹਾ, ਜਿਹਨੂੰ ਕਹੀਏ ਮਿੱਟੀ ਪਾਈ ਜਾ ਰਹੀ ਹੈ, ਜਿਹਨੂੰ ਉਹਲਾ ਪਰਦਾ ਕੀਤਾ ਜਾ ਰਿਹਾ ਵੀ ਗੱਡੀ ਜਿਹੜੀ ਹੈ 20 ਕਦਮ ਦੇ ਕਰੀਬ ਟਾਇਰ ਸੜਕ ਦੇ ਉੱਤੇ ਘਸਾਈ ਦੇ ਨਿਸ਼ਾਨ ਨੇ, ਤੁਹਾਨੂੰ ਹੁਣ ਉਹਦੇ ਤੇ ਕੀ ਇਸ਼ਾਰਾ ਲੱਗਦਾ ਹੈ? ਇਸ਼ਾਰਾ ਦੇਖੋ ਜੀ, ਬਹੁਤ ਕੁਛ ਹੈ। ਪੁਲਵਾਮਾ ਅਟੈਕ ਕਿੱਡਾ ਵੱਡਾ ਹੋਇਆ, ਉਹ ਤੋਂ ਕਦੀ ਪਰਦਾ ਨਹੀਂ ਉੱਠਿਆ। ਠੀਕ ਹੈ। ਚਿੱਠੀ ਸਿੰਘਪੁਰਾ ਹੋਇਆ, 35 ਸਿੱਖਾਂ ਦਾ ਕਤਲ ਹੋਇਆ ਜਦੋਂ ਬਿਲ ਕਲਿੰਗਟਨ ਆਏ ਨੇ, ਬਕਾਇਦਾ ਉਹਨਾਂ ਨੇ ਜਾ ਕੇ ਬਿਆਨ ਵੀ, ਉਦੋਂ ਪਰਦਾ ਨਹੀਂ ਉੱਠਿਆ। ਸਾਡੇ ਖਾਲੜਾ ਜੀ ਨੇ, ਹੋਰ ਕਿੰਨੇ ਨੌਜਵਾਨ ਨੇ, 84 ਦਾ ਹੈ, ਮਤਲਬ ਇਹ ਰਹੱਸ ਹੀ ਰਹਿ ਜੂਗਾ ਇਹ ਇੱਕ, ਨਹੀਂ ਪੜਦਾ। ਠੀਕ। ਸੋ ਅੱਜ ਇਸ ਅੰਤਮ ਅਰਦਾਸ 'ਚ ਸਾਰੇ ਸ਼ਾਮਲ ਹੋਣ ਤੇ ਆਏ ਹਾਂ ਆਪਾਂ। ਅਸੀਂ ਮੰਨਿਆ ਕਿ ਉਸ ਵੀਰ ਦੇ ਨਾਲ, ਉਹਦੀ ਰੂਹ ਦੇ ਨਾਲ ਗੱਲ ਤਾਂ ਕਰਾਂਗੇ, ਉਹਨੂੰ ਅਸੀਂ ਸੱਚੀ ਸ਼ਰਧਾਂਜਲੀ ਤਾਂ ਦਾਂਗੇ, ਪਰ ਉਹਦੇ ਨਾਲ ਇਨਸਾਫ ਨਹੀਂ ਕਰ ਪਾਵਾਂਗੇ ਅਸੀਂ ਇਕੱਠੇ ਹੋ ਕੇ ਵੀ। ਲੱਗ ਰਿਹਾ ਇਨਸਾਫ ਤਾਂ ਇਹ ਹੈ ਵੀ ਜਿਸ ਦਿਨ ਸੰਸਕਾਰ ਕੀਤਾ ਗਿਆ ਉਸ ਦਿਨ ਵੀ ਜਲਦਬਾਜ਼ੀ ਕੀਤੀ ਗਈ। ਅੱਜ ਕੱਲ੍ਹ ਆਪਣੇ ਕੋਲ ਫਰੀਜ਼ਰ ਹੈਗੇ ਆ, ਆਪਾਂ ਰੱਖ ਲੈਂਦੇ, ਕੋਈ ਨਾ ਕੋਈ ਸਿੱਟ ਬਣ ਜਾਂਦੀ, ਕਮੇਟੀ ਬਣ ਜਾਂਦੀ, ਗਠਿਤ ਹੋ ਜਾਂਦੀ, ਸਰਕਾਰ 'ਤੇ ਦਬਾਅ ਬਣਾਇਆ ਜਾ ਸਕਦਾ ਸੀ। ਇਹ ਵੀ ਇੱਕ ਜਲਦਬਾਜ਼ੀ ਹੋਈ ਹੈ। ਜਲਦਬਾਜ਼ੀ ਜੀ। ਮੈਂ ਦੇਖੋ ਐਡਵੋਕੇਟ ਤਾਂ ਹੈ ਨਹੀਂ, ਆਪਣੀਆਂ ਤੁਸੀਂ ਤਜਰਬੇ ਨੇ ਥੋੜ੍ਹੇ ਜਿਹੇ। ਤਜਰਬੇ ਕੋਈ ਐਡਵੋਕੇਟ ਜਿਹੜੇ ਨੇ ਉਹ ਜ਼ਰੂਰੀ ਨਹੀਂ ਹੈ ਕਿ ਜਿਹੜੇ ਕਿਤਾਬਾਂ ਦੇ ਉੱਤੇ ਜਾਣਦੇ ਨੇ ਤੇ ਉਹ ਹੀ ਐਡਵੋਕੇਟ ਹੁੰਦੇ ਨੇ। ਐਡਵੋਕੇਟ ਤੁਹਾਡੇ ਤੋਂ ਬਣਦੇ ਨੇ ਭਾਜੀ, ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ। ਇਹ ਕਿਤਾਬਾਂ 'ਚ ਕਈ ਗੱਲਾਂ ਨੇ ਜਿਹੜੀਆਂ ਜੋ ਤੁਸੀਂ ਕੀਤੀਆਂ ਨੇ ਕਿਤਾਬਾਂ 'ਚ ਨਹੀਂ ਹੈਗੀਆਂ। ਇਹ ਤੁਹਾਡਾ ਨਿੱਜੀ ਤਜਰਬਾ ਜਿਹੜਾ ਬੋਲਦਾ ਹੈ ਨਾ, ਇਹ ਕਿਤਾਬੀ ਕੀੜੇ ਨਹੀਂ ਹੋ ਤੁਸੀਂ। ਤਾਂ ਤੁਸੀਂ ਬਿਲਕੁਲ ਸਾਡੇ ਵੀਰ ਨੇ ਜਿਹੜੇ ਖੁਦ ਘੋੜਾ ਚਲਾਉਂਦੇ ਨੇ, ਸੋ ਉਹਨਾਂ ਨੇ ਇੱਕ ਬਾਰੀਕੀ ਦੱਸੀ ਵੀ ਟਰਾਲਾ ਕਦੋਂ ਐਕਸੀਡੈਂਟ ਹੋ ਸਕਦਾ ਹੈ, ਕਿਵੇਂ ਹੋ ਸਕਦਾ ਹੈ। ਟਰਾਲੇ ਦੇ ਨਾਲ ਇਹ ਰਹੱਸ ਦੀ ਵੀ ਗੱਲ ਕੀਤੀ ਹੈ, ਤਾਂ ਨਾਲ ਦੀ ਨਾਲ ਹੀ ਬਹੁਤ ਵੱਡਾ ਸਵਾਲੀਆ ਨਿਸ਼ਾਨ ਛੱਡ ਗਏ ਨੇ। ਦੱਸ ਦਿਓ ਵੀ ਭਾਈ ਖਾਲੜਾ ਜੀ ਨੂੰ ਇਨਸਾਫ ਮਿਲਿਆ, ਉਹਨਾਂ ਦੀ ਜਾਂਚ ਹੋਈ? ਜਰਾ ਇਹ ਵੀ ਦੱਸ ਦਿਓ ਵੀ ਜਿਹੜੇ ਚਿੱਟਾ ਸਿੰਘਪੁਰਾ ਦੇ ਵਿੱਚ ਹੋਏ ਕਤਲੇਆਮ, ਉਹਦਾ ਕੁਝ ਇਨਸਾਫ ਹੋ ਸਕਿਆ? ਜਾਂ ਹੋਰ ਵੀ ਕਿੰਨੀਆਂ ਐਸੀਆਂ ਜਾਂਚਾਂ ਨੇ ਜਿਨ੍ਹਾਂ ਤੇ ਪਰਦੇ ਪਏ ਹੋਏ ਨੇ, ਕੱਲੇ ਪਰਦੇ ਹੀ ਨਹੀਂ, ਖੂਹ 'ਚ ਸੁੱਟ ਦਿੱਤੀਆਂ ਨੇ, ਮਿੱਟੀ ਪਾ ਦਿੱਤੀ ਉਹਨਾਂ ਤੇ। ਬਹਾਨੇ ਨਿਤ ਨਵੀਂ ਸਰਕਾਰਾਂ ਦੀ ਅਸੀਂ ਕਰਾਂਗੇ, ਕਰਦਾ ਕੋਈ ਨਹੀਂ। ਪਰ ਇੰਨੀ ਗੱਲ ਜ਼ਰੂਰ ਅਸੀਂ ਪਿੱਛੇ ਤੋਂ ਦੇਖਣ ਨੂੰ ਮਿਲੀ ਹੈ, ਭਾਵੇਂ ਕੋਈ ਪੰਥਕ ਹੋਵੇ ਤੇ ਭਾਵੇਂ ਕੋਈ ਹੋਵੇ, ਪਰ ਜਿੰਨੇ ਵੀ ਸਿੱਖਾਂ ਦਾ ਕਤਲ ਕੀਤਾ ਹਰ ਇੱਕ ਨੇ ਉਹਨੂੰ ਹਿੱਕ ਨਾਲ ਲਾਇਆ, ਹਿੱਕ ਨਾਲ। ਬੜੀ ਦੁੱਖ ਦੀ ਗੱਲ ਹੈ। 1984 'ਚ ਨਸਲਕੁਸ਼ੀ ਹੁੰਦੀ ਹੈ ਤੇ ਕਾਂਗਰਸ ਪਾਰਟੀ ਨੰਬਰ 1 ਤੇ ਆਉਂਦੀ ਹੈ ਔਰ ਪੂਰੇ ਦੇਸ਼ 'ਚ ਉਹਨੂੰ ਪੂਰਾ ਬਹੁਮਤ ਮਿਲਦਾ ਹੈ। ਪੁਲਵਾਮਾ ਦੇ ਵਿੱਚ ਵੀ ਵੇਖੋ, ਜਦੋਂ ਸ਼ਹੀਦ ਹੁੰਦੇ ਨੇ ਜਵਾਨ ਤਾਂ ਬੀਜੇਪੀ ਬਹੁਮਤ ਦੇ ਵਿੱਚ ਆਉਂਦੀ ਹੈ। ਸੋ ਦੀਪ ਸਿੱਧੂ, ਇਹਦੀ ਇਹ ਸ਼ਹਾਦਤ ਕਿਹਨੂੰ ਬਹੁਮਤ ਦੇ ਵਿੱਚ ਲੈ ਕੇ ਆਉਂਦੀ ਹੈ ਤਾਂ ਅਸੀਂ ਜਾਣਦੇ ਨਹੀਂ ਹਾਂ, ਪਰ ਕਿਤੇ ਨਾ ਕਿਤੇ ਰਾਜਨੀਤੀ ਦੀ ਗੰਧ ਆਉਂਦੀ ਜੀ ਤੁਹਾਨੂੰ ਇਹ 'ਚੋਂ? ਦੇਖੋ ਕੁਛ ਨਹੀਂ ਕਹਿ ਸਕਦੇ ਜੀ। ਇੱਕ ਬੰਦਾ, ਕੁਝ ਲੋਕ ਹੁੰਦੇ ਨੇ ਉਹ ਕਰੋੜਾਂ ਕਮਾਉਣ ਲਈ ਰਾਜਨੀਤੀ ਚਾਹੁੰਦੇ ਨੇ। ਦੀਪ ਸਿੱਧੂ ਉਹ ਸੀ ਕਰੋੜਾਂ ਛੱਡ ਕੇ ਮੈਦਾਨ 'ਚ ਆਇਆ ਸੀ, ਆਪਣਾ ਸਾਰਾ ਕੈਰੀਅਰ। ਮੈਂ ਸਿਰਫ ਇਹ ਚਾਹਨਾ ਕਿ ਅੱਜ ਉਹ ਵੀਰ ਜਿਹੜਾ ਸਾਡੇ 'ਚ ਨਹੀਂ ਆ, ਮੌਦੀ ਆਗੋਸ਼ ਦੇ ਵਿੱਚ ਸਮਾ ਚੁੱਕਾ, ਇੱਕ ਸੁਨੇਹਾ ਨੌਜਵਾਨਾਂ ਨੂੰ ਦੇ ਚੁੱਕਾ, ਇੱਕ ਕ੍ਰਾਂਤੀ ਦੀ ਜਵਾਲਾ ਜਿਹੜੀ ਆ ਉਹ ਜਗਾ ਕੇ ਜਾ ਚੁੱਕਾ। ਪਰ ਮੈਂ ਇਹੀ ਪੁੱਛ ਰਿਹਾ ਕਿ ਉਹਦੀ ਜਿਹੜੀ ਇਹ ਮੌਤ ਹੈ, ਇੱਥੇ ਸਿਆਸੀ ਲਾਹਾ, ਸਿਆਸੀ ਨਫਾ ਨੁਕਸਾਨ ਕਿਸੇ ਨੂੰ ਹੋ ਸਕਦਾ? ਦੇਖੋ ਨੁਕਸਾਨ ਤਾਂ ਉਸੇ ਦੀ ਹੁੰਦਾ ਜਿਹਦਾ ਬਾਟਾ ਭਰਿਆ ਹੋ ਜੇ, ਉਹਦੇ ਵਿੱਚ ਕੋਈ ਆਪਾਂ ਛੋਟਾ ਰੋੜਾ ਸਿੱਟਾਂਗੇ ਪਾਣੀ ਦੇ ਵਿੱਚ ਤਾਂ ਉਹੀ ਉਛਲੂ ਜੀ। ਬਿਲਕੁਲ, ਪੂਰੇ ਦੇਸ਼ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਇਸ਼ਾਰਾ ਹੀ ਕਾਫੀ ਹੈ। ਜ਼ਰੂਰੀ ਨਹੀਂ ਹੈ ਕਿ ਵੀਰ ਸਭ ਕੁਝ ਮੂੰਹੋਂ ਕਵੇ, ਪਾਰਟੀਆਂ ਦਾ ਨਾਂ ਲਵੇ ਤਾਂ ਫਿਰ ਗੱਲ ਕਲੀਅਰ ਹੋਏਗੀ। ਸੋ ਇਸ਼ਾਰਾ ਹੀ ਕਾਫੀ ਹੈ, ਬਹੁਤ ਕੁਝ ਕਹਿ ਦਿੱਤਾ ਮੇਰੇ ਵੀਰ ਨੇ। ਹਕੀਕਤ ਹੈ, ਜਾਂਚ ਜ਼ਰੂਰੀ ਹੈ ਔਰ ਇਹ ਜਲਦਬਾਜ਼ੀ ਜਿਹੜੇ ਕੰਮਾਂ 'ਚ ਹੋਈ, ਵੀਰ ਨੂੰ ਗਿਲਾ ਹੈ ਔਰ ਸਾਰਿਆਂ ਨੂੰ ਸ਼ਾਇਦ ਹੁਣ ਸਮਝ ਆ ਗਈ ਹੋਏਗੀ ਕਿ ਜਲਦਬਾਜ਼ੀ ਕਿਉਂ ਹੋਈ, ਕਿੱਦਾਂ ਹੋਈ, ਕੀ ਕਾਰਨ ਹੋ ਗਿਆ। ਔਰ ਦੀਪ ਜਿਹੜੇ ਨੇ ਸਾਡੇ 'ਚ ਅੱਜ ਨਹੀਂ ਹੈਗੇ, ਬੇਸ਼ੱਕ ਉਹ ਅਮਰ ਨੇ ਉਹਨਾਂ ਦੇ, ਕਿਉਂਕਿ ਜਿਹੜੇ ਮਰਦੇ ਨੇ, ਜਿਨ੍ਹਾਂ ਦੇ ਵਿਚਾਰ ਮਰਦੇ ਤੇ ਉਹ ਹੁੰਦੇ ਨੇ, ਤੇ ਜਿਨ੍ਹਾਂ ਦੀ ਵਿਚਾਰ ਸੋਚ ਜਿਉਂਦੀ ਰਵੇ ਉਹ ਕਦੀ ਨਹੀਂ ਮਰਦੇ। ਸੋ ਦੀਪ ਬਿਲਕੁਲ ਨਾਮ ਜਿਹੜਾ ਨਾ ਹੁਣ ਧਰੂ ਤਾਰੇ ਵਾਂਗ ਚਮਕਦਾ ਰਹੇਗਾ ਔਰ ਜਦ ਤੱਕ ਸੰਸਾਰ ਰਹੇਗਾ, ਦੀਪ ਸਿੱਧੂ ਦਾ ਨਾਮ ਹਮੇਸ਼ਾ ਲੋਕ ਲੈਂਦੇ ਰਿਹਾ ਕਰਨਗੇ।